ਬੱਚਿਓ, ਅੱਜ ਮੈਂ ਵਿਆਕਰਨ ਦੇ ਬਹੁਤ ਹੀ ਮਹੱਤਵਪੂਰਨ ਭਾਗ 'ਤੇ ਚਾਨਣਾ ਪਾਵਾਂਗੀ। ਉਹ ਹੈ ਚਿੱਠੀ ਪੱਤਰ। ਆਮ ਜੀਵਨ ਵਿੱਚ ਚਿੱਠੀ ਪੱਤਰ ਦਾ ਬਹੁਤ ਮਹੱਤਵ ਹੈ। ਚਿੱਠੀਆਂ ਰਾਹੀਂ ਆਪਣੀ ਗੱਲ ਦੂਸਰੇ ਨਾਲ ਸਾਂਝੀ ਕੀਤੀ ਜਾਂਦੀ ਹੈ। ਅੱਜ ਤੋਂ ਕੋਈ 4-5 ਦਹਾਕੇ ਪਹਿਲਾਂ, ਭਾਵ 40-50 ਸਾਲ ਪਹਿਲਾਂ, ਚਿੱਠੀ ਬਹੁਤ ਹੀ ਸਸਤਾ ਅਤੇ ਹਰਮਨ ਪਿਆਰਾ ਸਾਧਨ ਰਿਹਾ ਹੈ। ਅਜੋਕੀ ਸਾਇੰਸ ਦੀ ਤਰੱਕੀ ਕਰਕੇ ਸੰਚਾਰ ਸਾਧਨਾਂ ਵਿੱਚ ਬੜੀ ਕ੍ਰਾਂਤੀ ਆਈ ਹੈ। ਭਾਵ ਜਿਵੇਂ ਟੈਲੀਫੋਨ ਹੋਇਆ, ਇੰਟਰਨੈੱਟ, ਈਮੇਲ, ਫੈਕਸ, ਇਹਨਾਂ ਨੇ ਚਿੱਠੀ ਦਾ ਸਥਾਨ ਲੈ ਲਿਆ ਹੈ। ਪਰ ਫਿਰ ਵੀ ਕਿਤੇ ਨਾ ਕਿਤੇ ਚਿੱਠੀਆਂ ਲਿਖਣ ਦੀ ਲੋੜ ਅਤੇ ਮਹੱਤਤਾ ਅੱਜ ਵੀ ਬਰਕਰਾਰ ਹੈ। ਇਸ ਲਈ ਵਿਦਿਆਰਥੀਆਂ ਨੂੰ ਇਮਤਿਹਾਨੀ ਲੋੜਾਂ ਲਈ ਜਾਂ ਆਪਣੇ ਨਿੱਜੀ ਜੀਵਨ ਵਿੱਚ ਵੀ ਇਸ ਦੀ ਵਰਤੋਂ ਕਰਨ ਵਿੱਚ ਮਹਾਰਤ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਵਿਸ਼ੇ ਅਤੇ ਲੋੜਾਂ ਦੇ ਆਧਾਰ 'ਤੇ ਚਿੱਠੀਆਂ ਨੂੰ ਅਸੀਂ ਮੁੱਖ 2 ਭਾਗਾਂ ਵਿੱਚ ਵੰਡ ਦਿੰਦੇ ਹਾਂ। ਪਹਿਲਾ ਭਾਗ ਹੈ ਨਿੱਜੀ ਚਿੱਠੀ, ਜਿਸ ਨੂੰ ਅਸੀਂ ਗੈਰ ਰਸਮੀ ਪੱਤਰ ਵੀ ਕਹਿੰਦੇ ਹਾਂ। ਦੂਸਰਾ ਭਾਗ ਹੈ ਦਫ਼ਤਰੀ ਪੱਤਰ ਜਾਂ ਰਸਮੀ ਪੱਤਰ, ਜਿਸ ਨੂੰ ਸਰਕਾਰੀ ਚਿੱਠੀ ਵੀ ਕਿਹਾ ਜਾਂਦਾ ਹੈ। ਬੱਚਿਓ, ਅੱਜ ਮੈਂ ਤੁਹਾਨੂੰ ਨਿੱਜੀ ਪੱਤਰ, ਜਿਸ ਨੂੰ ਗੈਰ ਰਸਮੀ ਪੱਤਰ ਕਹਿੰਦੇ ਹਨ, ਉਸ ਦੇ ਬਾਰੇ ਦੱਸਾਂਗੀ। ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਨਿੱਜੀ ਪੱਤਰ ਕਹਿੰਦੇ ਕਿਹਨੂੰ ਹਨ। ਨਿੱਜੀ ਪੱਤਰ ਤੋਂ ਭਾਵ ਹੈ ਉਹ ਪੱਤਰ ਜਿਸ ਨੂੰ ਅਸੀਂ ਆਪਣੇ ਰਿਸ਼ਤੇਦਾਰਾਂ, ਆਪਣੇ ਦੋਸਤਾਂ, ਸਹੇਲੀਆਂ ਅਤੇ ਆਪਣੇ ਜਾਣ ਪਛਾਣ ਵਾਲਿਆਂ ਨੂੰ ਲਿਖਦੇ ਹਾਂ। ਇਸ ਤਰ੍ਹਾਂ ਦੇ ਪੱਤਰ ਦੇ ਵਿੱਚ ਅਸੀਂ ਖੁੱਲ੍ਹ ਕੇ ਗੱਲਾਂ ਲਿਖਦੇ ਹਾਂ। ਕਿਸੇ ਉਚੇਚ ਦੀ ਲੋੜ ਨਹੀਂ ਹੁੰਦੀ। ਇਸ ਪੱਤਰ ਦੇ ਵਿੱਚ ਅਸੀਂ ਆਪਣੇ ਮਨ ਦੇ ਹਾਵ ਭਾਵ, ਖੁਸ਼ੀ ਦੀਆਂ ਗੱਲਾਂ, ਦੁੱਖ ਦੀਆਂ ਗੱਲਾਂ ਬਿਨਾਂ ਕਿਸੇ ਝਿਜਕ ਤੋਂ ਆਪਣੇ ਰਿਸ਼ਤੇਦਾਰਾਂ ਦੇ ਨਾਲ, ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝੀਆਂ ਕਰਦੇ ਹਾਂ। ਪਰ ਫਿਰ ਵੀ ਚਿੱਠੀ ਲਿਖਣ ਸਮੇਂ ਸਾਨੂੰ ਆਪਣੀ ਬੋਲੀ, ਭਾਸ਼ਾ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਭਾਸ਼ਾ ਜਿਹੜੀ ਸਾਡੀ ਬੋਲੀ ਹੈ ਉਹ ਸ਼ੁੱਧ ਹੋਵੇ, ਵਿਆਕਰਨ ਭਰਪੂਰ ਹੋਵੇ ਅਤੇ ਮੁਹਾਵਰੇਦਾਰ ਹੋਵੇ, ਤਾਂ ਜੋ ਚਿੱਠੀ ਪੜ੍ਹਨ ਵਾਲਾ ਚਿੱਠੀ ਪੜ੍ਹ ਕੇ ਖੁਸ਼ ਹੋ ਜਾਵੇ। ਚਿੱਠੀ ਰੌਚਕ ਹੋਵੇ ਤਾਂ ਜੋ ਉਸਦਾ ਪੜ੍ਹਨ ਨੂੰ ਮਨ ਕਰੇ। ਚਿੱਠੀ ਪੜ੍ਹ ਕੇ ਉਸਦਾ ਸਾਡੇ ਨਾਲ ਜਿਹੜਾ ਰਿਸ਼ਤਾ ਹੋਰ ਵੀ ਗੂੜ੍ਹਾ ਹੋ ਜਾਵੇ। ਇਸ ਤਰ੍ਹਾਂ ਦੀਆਂ ਚਿੱਠੀਆਂ ਦੇ ਵਿੱਚ ਸਾਨੂੰ ਇੱਕ ਗੱਲ ਦਾ ਹੋਰ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਜਿਸ ਆਦਮੀ ਨੂੰ ਅਸੀਂ ਚਿੱਠੀ ਲਿਖ ਰਹੇ ਹਾਂ, ਉਸ ਦਾ ਸਾਡੇ ਨਾਲ ਕੀ ਸੰਬੰਧ ਹੈ, ਕੀ ਰਿਸ਼ਤਾ ਹੈ। ਇਸੇ ਲਈ ਅਸੀਂ ਇਹ ਚਿੱਠੀਆਂ ਜਿਹੜੀਆਂ ਗੈਰ ਰਸਮੀ ਚਿੱਠੀਆਂ ਹੁੰਦੀਆਂ ਹਨ ਜਾਂ ਨਿੱਜੀ ਚਿੱਠੀਆਂ ਹੁੰਦੀਆਂ ਹਨ, ਉਹਨਾਂ ਨੂੰ ਅੱਗੇ ਅਸੀਂ ਕਈ ਭਾਗਾਂ ਵਿੱਚ ਵੰਡ ਦਿੰਦੇ ਹਾਂ। ਜਿਵੇਂ ਆਪਣੇ ਤੋਂ ਵੱਡਿਆਂ ਨੂੰ, ਜਿਵੇਂ ਪਿਤਾ, ਮਾਤਾ, ਮਾਮਾ ਜੀ, ਵੱਡਾ ਭੈਣ ਭਰਾ ਆਦਿ ਨੂੰ ਚਿੱਠੀਆਂ ਲਿਖਣੀਆਂ। ਦੂਸਰੇ ਨੰਬਰ 'ਤੇ ਅਸੀਂ ਆਪਣੇ ਦੋਸਤਾਂ, ਸਹੇਲੀਆਂ ਨੂੰ ਲਿਖਦੇ ਹਾਂ। ਤੀਸਰੇ ਨੰਬਰ 'ਤੇ ਅਸੀਂ ਆਪਣੇ ਤੋਂ ਛੋਟੇ ਭੈਣ ਭਰਾਵਾਂ ਨੂੰ। ਮਾਤਾ ਪਿਤਾ, ਮਾਮਾ ਮਾਮੀ, ਵੱਡੇ ਭੈਣ ਭਰਾ, ਗੁਰੂ, ਅਧਿਆਪਕ, ਇਹ ਸਭ ਨਿੱਜੀ ਚਿੱਠੀਆਂ ਦੇ ਵਿੱਚ ਆ ਜਾਂਦੇ ਹਨ। ਇਹਨਾਂ ਪੱਤਰਾਂ ਨੂੰ ਲਿਖਣ ਵੇਲੇ ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰਿਸ਼ਤੇ ਅਨੁਸਾਰ ਸੰਬੋਧਨ ਅਤੇ ਮਾਣ ਸਤਿਕਾਰ ਦੇਣ ਵਾਲੀ ਸ਼ਬਦਾਵਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਜਦੋਂ ਇਹ ਚਿੱਠੀਆਂ ਲਿਖਦੇ ਹਾਂ ਤਾਂ ਸਾਨੂੰ ਉਸ ਸਮੇਂ ਇਸ ਚੀਜ਼ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਕਿ ਜਿਸ ਨੂੰ ਅਸੀਂ ਚਿੱਠੀ ਲਿਖ ਰਹੇ ਹਾਂ, ਉਸ ਨਾਲ ਸਾਡਾ ਕੀ ਰਿਸ਼ਤਾ ਹੈ, ਉਸ ਨੂੰ ਅਸੀਂ ਕਿਵੇਂ ਸੰਬੋਧਨ ਕਰਨਾ ਹੈ, ਉਸ ਚਿੱਠੀ ਦਾ ਅੰਤ ਕਿਵੇਂ ਕਰਨਾ ਹੈ। ਸੋ ਇਸ ਦੇ ਵਿੱਚ ਮੈਂ ਤੁਹਾਨੂੰ ਹੁਣ ਇਹ ਦੱਸਾਂਗੀ ਕਿ ਜਦੋਂ ਅਸੀਂ ਚਿੱਠੀ ਪੱਤਰ ਆਪਣੇ ਤੋਂ ਵੱਡੇ ਨੂੰ ਲਿਖਣਾ ਹੈ, ਜਿਵੇਂ ਆਪਣੇ ਮਾਤਾ ਜੀ, ਪਿਤਾ ਜੀ, ਚਾਚਾ, ਮਾਮਾ, ਮਾਸੀ, ਵੱਡਾ ਵੀਰ, ਭੈਣ ਭਰਾ, ਗੁਰੂ, ਅਧਿਆਪਕ, ਤਾਂ ਅਸੀਂ ਉਸਨੂੰ ਚਿੱਠੀ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੋ ਅਸੀਂ ਸਾਂਝੀ ਗੱਲ ਸਾਰਿਆਂ ਲਈ ਲਿਖਣੀ ਹੈ, ਉਹ ਹੈ ਸਾਡਾ ਸੈਲਫ ਐਡਰੈਸ। ਜਿੱਥੇ ਅਸੀਂ ਰਹਿੰਦੇ ਹਾਂ, ਸੱਜੇ ਪਾਸੇ ਅਸੀਂ ਉਹ ਆਪਣਾ ਸੈਲਫ ਐਡਰੈਸ ਲਿਖਣਾ ਹੈ। ਭਾਵ ਜਿਵੇਂ ਮੈਂ ਮੋਗੇ ਰਹਿੰਦੀ ਹਾਂ
ਜਾਂ ਤੁਸੀਂ ਮੋਗੇ ਰਹਿੰਦੇ ਹੋ ਤਾਂ ਤੁਸੀਂ ਆਪਣੇ ਮੁਹੱਲੇ ਦਾ ਨਾਮ, ਏਰੀਏ ਦਾ ਨਾਮ, ਮੋਗਾ ਅਤੇ ਤਰੀਕ, ਮਿਤੀ ਜੋ ਅੱਜ ਦੀ ਜਿਸ ਦਿਨ ਤੁਸੀਂ ਚਿੱਠੀ ਲਿਖਣੀ ਹੈ ਉਹ ਲਿਖਣ ਤੋਂ ਬਾਅਦ ਫਿਰ ਤੁਸੀਂ ਚਿੱਠੀ ਸ਼ੁਰੂ ਕਰੋਗੇ। ਇਹ ਜੋ ਸੈਲਫ ਐਡਰੈਸ ਹੈ ਜਾਂ ਆਪਣਾ ਤੁਹਾਡਾ ਐਡਰੈਸ ਹੈ, ਉਨੀ ਦੇਰ ਤੁਸੀਂ ਉਹੀ ਲਿਖਣਾ ਹੈ ਜਿੱਥੇ ਤੁਸੀਂ ਰਹਿੰਦੇ ਹੋ, ਜਿੰਨੀ ਦੇਰ ਤੁਹਾਨੂੰ ਪ੍ਰਸ਼ਨ ਦੇ ਵਿੱਚ ਨਾ ਇਹ ਲਿਖਿਆ ਆ ਜਾਵੇ ਕਿ ਮੰਨ ਲਓ ਤੁਸੀਂ ਹੋਸਟਲ ਜਲੰਧਰ ਵਿੱਚ ਰਹਿੰਦੇ ਹੋ, ਮੰਨ ਲਓ ਤੁਸੀਂ ਦੇਹਰਾਦੂਨ ਰਹਿੰਦੇ ਹੋ, ਮੰਨ ਲਓ ਤੁਸੀਂ ਕੈਨੇਡਾ ਰਹਿੰਦੇ ਹੋ। ਜੇਕਰ ਤੁਹਾਨੂੰ ਚਿੱਠੀ ਦੇ ਵਿੱਚ ਪ੍ਰਸ਼ਨ ਦੇ ਵਿੱਚ ਲਿਖਿਆ ਆ ਰਿਹਾ ਹੈ ਕਿ ਮੰਨ ਲਓ ਤੁਸੀਂ ਇੱਥੇ ਰਹਿੰਦੇ ਹੋ, ਤਾਂ ਫਿਰ ਤੁਹਾਡਾ ਸੈਲਫ ਐਡਰੈਸ ਹੈ ਜਿਹੜਾ ਉਹ ਹੀ ਹੋਵੇਗਾ ਜੋ ਤੁਹਾਨੂੰ ਮੰਨਣ ਲਈ ਕਿਹਾ ਗਿਆ ਹੈ। ਉਸ ਤੋਂ ਬਾਅਦ ਤੁਸੀਂ ਚਿੱਠੀ ਸ਼ੁਰੂ ਕਰੋਗੇ। ਜਿਵੇਂ ਤੁਸੀਂ ਆਪਣੇ ਤੋਂ ਵੱਡਿਆਂ ਨੂੰ ਚਿੱਠੀ ਲਿਖਣੀ ਹੈ ਤਾਂ ਤੁਸੀਂ ਉਹਨਾਂ ਨੂੰ ਸਤਿਕਾਰਯੋਗ ਨਾਲ ਸ਼ੁਰੂ ਕਰੋਗੇ। ਸਤਿਕਾਰਯੋਗ ਮਾਮਾ ਜੀ, ਸਤਿਕਾਰਯੋਗ ਪਿਤਾ ਜੀ, ਸਤਿਕਾਰਯੋਗ ਵੱਡੇ ਵੀਰ ਜੀ, ਸਤਿਕਾਰਯੋਗ ਵੱਡੀ ਭੈਣ ਜੀ। ਅੱਗੇ ਤੁਸੀਂ ਉਹਨਾਂ ਨੂੰ ਫਿਰ ਤੁਸੀਂ ਸੰਬੋਧਨ ਸਤਿਕਾਰਯੋਗ ਨਾਲ ਕਰਨ ਤੋਂ ਬਾਅਦ ਅਤੇ ਫਿਰ ਆਦਰ ਜਾਂ ਪਿਆਰ ਦੇ ਸ਼ਬਦਾਂ ਨਾਲ ਕਿਵੇਂ ਬੁਲਾਓਗੇ। ਤੁਸੀਂ ਚਰਨ ਬੰਦਨਾ ਵੀ ਲਿਖ ਸਕਦੇ ਹੋ, ਨਮਸਕਾਰ ਵੀ ਲਿਖ ਸਕਦੇ ਹੋ, ਕਿਉਂਕਿ ਕੁਝ ਸ਼ਬਦ ਆ ਜਿਹੜੇ ਸਾਡੇ ਹਿੰਦੀ ਦੇ ਪੰਜਾਬੀ ਦੇ ਵਿੱਚ ਵੀ ਅੱਜ ਕੱਲ੍ਹ ਵਰਤੇ ਜਾ ਰਹੇ ਹਨ। ਸਤਿ ਸ੍ਰੀ ਅਕਾਲ ਵੀ ਲਿਖ ਸਕਦੇ ਹੋ, ਪੈਰੀ ਪੈਣਾ ਵੀ ਲਿਖ ਸਕਦੇ ਹੋ। ਜੇ ਤੁਸੀਂ ਗੁਰੂ ਜਾਂ ਅਧਿਆਪਕ ਨੂੰ ਲਿਖ ਰਹੇ ਹੋ ਉੱਥੇ ਤੁਸੀਂ ਪੂਜਨੀਕ ਨਾਲ ਵੀ ਸੰਬੋਧਨ ਕਰ ਸਕਦੇ ਹੋ। ਪੂਜਨੀਕ ਅਧਿਆਪਕ ਸਾਹਿਬਾਨ, ਪੂਜਨੀਕ ਗੁਰੂ ਜੀ, ਅਤੇ ਉਹਨਾਂ ਨੂੰ ਵੀ ਤੁਸੀਂ ਚਰਨ ਬੰਦਨਾ, ਨਮਸਤੇ, ਸਤਿ ਸ੍ਰੀ ਅਕਾਲ ਲਿਖ ਕੇ ਚਿੱਠੀ ਸ਼ੁਰੂ ਕਰ ਸਕਦੇ ਹੋ। ਜਦੋਂ ਅਸੀਂ ਵੱਡਿਆਂ ਨੂੰ ਚਿੱਠੀ ਲਿਖ ਕੇ ਸ਼ੁਰੂ ਕਰਦੇ ਹਾਂ, ਚਿੱਠੀ ਵਿੱਚ ਆਪਣਾ ਜੋ ਤੁਸੀਂ ਵਿਸ਼ਾ ਲਿਖਣਾ ਉਸ ਦੇ ਬਾਰੇ 'ਚ ਲਿਖਣ ਤੋਂ ਮਗਰੋਂ ਚਿੱਠੀ ਦਾ ਜੋ ਅੰਤ ਕਰਨਾ, ਜੋ ਅਸੀਂ ਵੱਡਿਆਂ ਨੂੰ ਚਿੱਠੀ ਲਿਖੀ ਹੈ, ਉਹ ਤੁਸੀਂ ਇਸ ਚੀਜ਼ ਨੂੰ ਧਿਆਨ ਰੱਖਣਾ ਹੈ ਕਿ ਉੱਪਰ ਤੁਸੀਂ ਕਿਸ ਨੂੰ ਅਤੇ ਕਿਵੇਂ ਸੰਬੋਧਨ ਕੀਤਾ ਹੈ। ਜੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਸੰਬੋਧਨ ਕੀਤਾ ਹੈ ਤਾਂ ਉਹਨਾਂ ਨਾਲ ਤੁਸੀਂ ਬਣਦਾ ਰਿਸ਼ਤਾ ਲਿਖੋਗੇ, ਤੁਹਾਡੀ ਪਿਆਰੀ ਸਪੁੱਤਰੀ, ਤੁਹਾਡਾ ਪਿਆਰਾ ਸਪੁੱਤਰ। ਜੇ ਮਾਮੇ ਨੂੰ ਲਿਖਿਆ ਤਾਂ ਫਿਰ ਤੁਸੀਂ ਮਾਮੇ ਦੇ ਭਾਂਜੇ ਲੱਗਦੇ ਹੋ ਅਤੇ ਫਿਰ ਤੁਸੀਂ ਉਹਨੂੰ ਤੁਹਾਡਾ ਪਿਆਰਾ ਭਾਂਜਾ, ਤੁਹਾਡੀ ਪਿਆਰੀ ਭਾਂਜੀ। ਇਵੇਂ ਭੂਆ ਨਾਲ ਬਣਦਾ ਰਿਸ਼ਤਾ, ਆਪਣੇ ਵੱਡੇ ਵੀਰ ਨਾਲ ਬਣਦਾ ਰਿਸ਼ਤਾ, ਵੱਡੀ ਭੈਣ ਨਾਲ ਰਿਸ਼ਤਾ। ਭਾਵ ਜੋ ਰਿਸ਼ਤਾ ਤੁਹਾਡਾ ਉਸ ਆਦਮੀ ਜਾਂ ਔਰਤ ਨਾਲ ਬਣ ਰਿਹਾ ਹੈ ਜਿਸ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ, ਉਸ ਨੂੰ ਤੁਸੀਂ ਅੰਤ ਵਿੱਚ ਚਿੱਠੀ ਲਿਖ ਕੇ ਬੰਦ ਕਰੋਗੇ। ਫਿਰ ਤੁਸੀਂ ਖੱਬੇ ਹੱਥ ਇੱਕ ਖਾਨਾ ਬਣਾਓਗੇ ਜਿਸ ਦੇ ਉੱਪਰ ਤੁਸੀਂ ਜਿੱਥੇ ਚਿੱਠੀ ਭੇਜਣੀ ਹੈ ਉਸ ਆਦਮੀ ਦਾ ਨਾਮ, ਮੁਹੱਲਾ, ਸ਼ਹਿਰ, ਪਿੰਨ ਕੋਡ, ਪੂਰਾ ਐਡਰੈਸ ਲਿਖ ਕੇ ਫਿਰ ਤੁਸੀਂ ਚਿੱਠੀ ਬੰਦ ਕਰੋਗੇ। ਇਸੇ ਤਰ੍ਹਾਂ ਜੇ ਤੁਸੀਂ ਚਿੱਠੀ ਆਪਣੀ ਸਹੇਲੀ ਨੂੰ, ਆਪਣੇ ਮਿੱਤਰ ਨੂੰ, ਆਪਣੀ ਛੋਟੀ ਭੈਣ ਨੂੰ ਲਿਖਣੀ ਹੈ, ਫਿਰ ਉਸਨੂੰ ਤੁਸੀਂ ਪਿਆਰੇ ਜਾਂ ਪਿਆਰੀ, ਰਾਜੂ, ਰਾਣੀ, ਜੋ ਵੀ ਉਹਦਾ ਨਾਮ ਹੈ ਉਹ ਲਿਖ ਕੇ ਤੁਸੀਂ ਚਿੱਠੀ ਸ਼ੁਰੂ ਕਰ ਸਕਦੇ ਹੋ। ਫਿਰ ਉਸਨੂੰ ਤੁਸੀਂ ਆਦਰ ਜਾਂ ਪਿਆਰ ਦੇ ਕਿਵੇਂ ਸ਼ਬਦ ਬੋਲੋਗੇ, ਮਿੱਠੀ ਯਾਦ, ਪਿਆਰ, ਨਿੱਘੀ ਯਾਦ, ਇਹ ਸਭ ਚੀਜ਼ਾਂ ਲਿਖ ਕੇ ਸ਼ੁਰੂ ਕਰ ਸਕਦੇ ਹੋ। ਥੱਲੇ ਜਦੋਂ ਚਿੱਠੀ ਬੰਦ ਕਰਨੀ ਹੈ ਅੰਤਲੇ ਭਾਗ 'ਤੇ, ਤਾਂ ਤੁਸੀਂ ਉਸਨੂੰ ਉਸ ਦੇ ਨਾਲ ਜੋ ਤੁਹਾਡਾ ਰਿਸ਼ਤਾ ਹੈ, ਤੇਰੀ ਪਿਆਰੀ ਸਹੇਲੀ, ਤੇਰੀ ਵੱਡੀ ਭੈਣ, ਤੇਰਾ ਵੱਡਾ ਭਰਾ, ਫਿਰ ਤੁਸੀਂ ਉਸਨੂੰ ਚਿੱਠੀ ਬੰਦ ਕਰੋਗੇ। ਇਹ ਬੱਚਿਓ ਸੀ ਤੁਹਾਡਾ ਕਿ ਕਿਸ ਤਰ੍ਹਾਂ ਤੁਸੀਂ ਨਿੱਜੀ ਚਿੱਠੀ ਨੂੰ ਲਿਖਣਾ। ਜੋ ਇਹ ਚਾਰਟ ਦੇ ਉੱਪਰ ਮੈਂ ਤੁਹਾਨੂੰ ਸਾਰਾ ਪੈਟਰਨ ਬਣਾ ਕੇ ਦਿੱਤਾ ਹੈ, ਇਸ ਨੂੰ ਤੁਸੀਂ ਆਪਣੀ ਨੋਟਬੁੱਕ 'ਤੇ ਪੂਰਾ ਬਣਾਓਗੇ ਤਾਂ ਜੋ ਅੱਗੇ ਤੋਂ ਚਿੱਠੀ ਲਿਖਣ ਸਮੇਂ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ। ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਇਹ ਦੇਖਾਂਗੇ ਕਿ ਤੁਹਾਨੂੰ ਮੈਂ ਘਰ ਦਾ ਜੋ ਕੰਮ ਦੇ ਰਹੀ ਹਾਂ ਉਹ ਚਿੱਠੀ ਤੁਸੀਂ ਕਿਸ ਤਰ੍ਹਾਂ ਲਿਖਣੀ ਹੈ।